अस्सलाम वालेकुम रहमतुल्लाहि व बरकातुहू। आप देख रहे हैं मुहाफ़िज़ पाकिस्तान टीवी और इस नाचीज़ का नाम है हसीबुर रहमान। आज हमारे साथ में मौजूद हैं पाकिस्तानी हमारे बड़े रिस्पेक्टेबल पर्सन जो कि यूनान में तकरीबन पिछले 18 साल से मुकीम है और इनकी बड़ी एक दिलखराश स्टोरी भी है, आपसे शेयर करते हैं। जी अस्सलाम वालेकुम। जी वालेकुम सलाम जनाब। क्या नाम है आपका? जी मोहम्मद रियाज। पाकिस्तान कहाँ से? पाकिस्तान तहसील फलिया ज़िला मंडी बहाउद्दीन थाना कादराबाद शहर चलिए कादराबाद। पंजाबी में बात करते हैं। दूसरी गल है करना चाहना कि भाई रियाज ਨੂੰ ਬੜੀ ਇੱਕ ਸੰਜੀਦਾ ਚੋਟ ਲੱਗੀ ਹੈ। ਕੈਮਰਾਮੈਨ ਜ਼ਰਾ ਜ਼ੂਮ ਕਰਕੇ ਜ਼ਰੂਰ ਦਿਖਾਣਾ ਤੇ ਇਹ ਸਰ ਯਕੀਨ ਮੰਨੋ ਕਿ ਬਹੁਤ ਇਹ ਦੁੱਖ ਵੀ ਤਕਰੀਬਨ ਲੱਗਾ ਹੈ। ਮਾਸ ਮਿਲਿਆ ਗਿਆ ਸੀ ਇਹਦੇ ਵਿੱਚ 6 ਇੰਚੀ ਅੱਡੀ ਵੀ ਇਸ ਸਾਈਡ ਤੋਂ ਕੱਢੀ ਨੇ ਪੈਰ 'ਚ, ਠੀਕ ਹੈ, ਬਰੀਕ ਨਲੀ ਜਿਹੜੀ ਹੈ ਨਾ 6 ਇੰਚੀ ਵਿੱਚ ਕੋਈ ਨਹੀਂ ਹੈ। ਉਸ ਤੋਂ ਬਾਅਦ ਇਸ ਗਿੱਟੇ ਦੇ ਵਿੱਚ ਦੋ ਪੇਚ ਨੇ ਸਿਰਫ ਔਰ ਲੱਗੇ ਜਿਹੜੇ ਰੀੜ ਦੀ ਹੱਡੀ ਦਾ ਮਸਲਾ ਉਹ ਵੀ ਹੈ। ਤੇ ਰੀੜ ਦੀ ਹੱਡੀ ਦੀਆਂ ਸਾਰੇ 11 ਡਿਸਕਾਂ ਮੇਰੀਆਂ ਫਿਸੀਆਂ ਨੇ ਪਿੱਛੋਂ। ਉਸ ਤੋਂ ਬਾਅਦ ਇੱਕ ਡਿਸਕ ਜਿਹੜੀ ਇੱਥੋਂ ਗਰਦਨ ਦੇ ਨਾਲੋਂ ਇਹ ਸਾਈਡ ਤੇ ਨਿਕਲੀ ਹੈ, ਇੱਕ ਸਾਈਡ ਤੇ ਦਾਬ ਦਿੰਦੀ ਹੈ, ਜਿਹਦੇ ਨਾਲ ਬਾਜ਼ੂ ਦੋਵੇਂ ਮੇਰੇ ਜਿਹੜੇ ਨੇ ਸੋਜ ਕਰਦੇ ਨੇ, ਦਰਦ ਵੀ ਕਰਦੇ ਨੇ। ਜੀ ਠੀਕ ਹੈ। ਕੋਈ ਵੀ ਛੋਟਾ ਕੰਮ ਕਰਾਂ ਨਾ ਸੋਜ ਕੱਟ ਜਾਣਦੇ ਆਪਣੇ ਆਪ ਮਸਲ। ਅੱਛਾ ਰਿਆਜ਼ ਭਾਈ ਇਹ ਕਿੰਨੀ ਕੁ ਦੇਰ ਹੋ ਗਈ ਆ ਸੱਟ ਲੱਗੇ? ਜੀ ਇਹ ਸੱਟ ਲੱਗਿਆ ਸਰ ਮੈਨੂੰ 10 ਸਾਲ ਹੋ ਚੱਲੇ ਨੇ। ਜਿਹੜਾ ਨਵੰਬਰ ਆ ਰਿਹਾ ਮਹੀਨਾ 20 ਨਵੰਬਰ ਨੇ 2025 ਦਾ 20 ਨਵੰਬਰ ਮੈਨੂੰ 10 ਸਾਲ ਪੂਰੇ ਹੋ ਜਾਣੇ। ਅੱਛਾ ਤੁਸੀਂ 2008 ਦੇ ਵਿੱਚ ਇੱਥੇ ਸੌਰੀ ਜੀ, ਯੂਨਾਨ ਅੱਠ ਆਏ ਵਿੱਚ ਆਇਆ। ਔਰ ਯੂਨਾਨ ਤੋਂ ਕਿੰਨੇ ਸਾਲ ਬਾਅਦ ਤੁਸੀਂ ਪਾਕਿਸਤਾਨ ਗਏ? ਮੈਂ ਸਰ ਗਿਆ ਜੇ ਤਕਰੀਬਨ 9 ਸਾਲ ਬਾਅਦ, 8-9 ਸਾਲ ਬਾਅਦ ਇੰਨਾ ਟਾਈਮ। ਅੱਛਾ 2017 ਮੈਂ ਗਿਆ ਇਹ ਸੱਟ ਲੱਗਣ ਤੋਂ ਪਹਿਲਾਂ ਗਏ ਹੋ ਪਾਕਿਸਤਾਨ ਜਾਂ ਬਾਅਦ ਚ ਗਏ ਹੋ? ਜੀ, ਬਾਅਦ ਵਿੱਚ ਬਾਅਦ ਵਿੱਚ ਗਏ। ਸੱਟ ਇੱਥੇ ਹੀ ਲੱਗੀ ਮੈਨੂੰ। ਅੱਛਾ ਤੇ ਹੁਣ ਇਹਦਾ ਜਿਹੜਾ ਸਿਸਟਮ ਯਾਨੀ ਪ੍ਰੋਸੀਜਰ ਚੱਲ ਰਿਹਾ ਕੋਈ ਅਦਾਲਤ ਵਗੈਰਾ ਜਾਂ ਕੋਈ ਸਿਸਟਮ ਕਰ ਰਹੇ ਹੋ? ਜੀ ਸਰ ਕੇਸ ਚੱਲਦਾ ਰਿਹਾ 10 ਸਾਲ ਹੋ ਗਏ ਨੇ ਕੇਸ ਚੱਲਦੇ ਆ, ਹਾਲੇ ਵੀ ਚੱਲ ਰਿਹਾ ਹੈ? ਅਜੇ ਵੀ ਚੱਲ ਰਿਹਾ, ਠੀਕ ਹੈ। ਅਜੇ ਕਿਸੇ ਪਾਸੇ ਨਹੀਂ ਲਾ ਰਿਹਾ, ਠੀਕ ਹੈ। ਤੇ ਖਾਸ ਕਰ ਮਤਲਬ ਬਹੁਤ ਹੀ ਲੰਮਾ ਕੇਸ ਕਰ, ਮੈਂ ਹੁਣ ਤੁਹਾਨੂੰ ਕਿਸ ਤਰੀਕੇ ਨਾਲ ਚਲੋ ਡਾਢੀਆਂ ਗੱਲਾਂ ਬਾਅਦ ਚ ਕਿਸੇ ਵੇਲੇ ਕਰ ਲਾਂਗੇ, ਲੇਕਿਨ ਤੁਹਾਡੀ ਜ਼ਿੰਦਗੀ ਤੇ ਗੱਲ ਕਰਨਾ ਚਾਹੁੰਦੇ ਆ ਤੇ ਹੁਣ ਬਾਕੀ ਜੇ ਮੈਂ ਸਾਰੇ ਲੱਖਾਂ ਦਾ ਨਹੀਂ, ਜਿਵੇਂ ਕਰੋੜਾਂ ਦਾ ਹੁੰਦਾ ਨਾ ਇਨਸਾਨ, ਉਹਨਾਂ ਵਿੱਚੋਂ 100 ਇਹ ਵੀ ਤੁਹਾਨੂੰ ਦੱਸਾਂ, ਮਾਸ਼ਾਅੱਲਾ ਜਿਹੜਾ ਮਾਸ਼ਾਅੱਲਾ। ਕਿ ਇਸ ਟਾਈਮ ਕੋਡੀਆਂ ਤੇ ਪਾ ਹੋ ਗਿਆ। ਅੱਲਾ ਰਹਿਮ ਕਰੇ, ਅੱਲਾ ਰਹਿਮ ਕਰੇ। ਅੱਛਾ ਹੁਣ ਦੂਸਰੀ ਗੱਲ ਹੈ ਤੁਹਾਡੇ ਨਾਲ ਕਰਨਾ ਚਾਹੁੰਦਾ ਵਾਂ ਜੀ ਕਿ ਪਾਕਿਸਤਾਨ ਹੁਣ ਗਿਆ ਤੁਹਾਨੂੰ ਕਿੰਨੇ ਸਾਲ ਹੋ ਗਏ? ਜੀ ਹੁਣ ਮੈਨੂੰ ਹੋ ਗਏ ਨੇ 3 ਸਾਲ, 3.5 ਸਾਲ। 3.5 ਸਾਲ ਹੋ ਚੁੱਕੇ ਨੇ ਕਿ ਹੁਣ ਦੁਬਾਰਾ ਪਾਕਿਸਤਾਨ ਨਹੀਂ ਗਏ। ਨਹੀਂ ਗਿਆ ਔਰ ਅੱਛਾ ਭਾਈ ਰਿਆਜ਼ ਦੂਸਰੀ ਗੱਲ ਹੈ ਵੀ ਕਿ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ ਇੱਥੇ, ਯਾਨੀ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਗੁਜ਼ਰ ਰਹੀ ਹੈ? ਸਰ ਬਹੁਤ ਮੁਸ਼ਕਿਲ ਹੈ। ਪਹਿਲੇ ਤੇ ਮੇਰੀ ਲੱਗੀ ਸੀ ਕੋਈ ਪੈਨਸ਼ਨ, ਠੀਕ ਹੈ। ਉਹ ਵੀ ਹੁਣ ਇਹਨਾਂ ਨੂੰ ਸਾਲ ਹੋ ਗਿਆ ਬੰਦ ਕੀਤੇ ਆ ਜੀ। ਔਰ ਜਿਹੜੀਆਂ ਕਿ ਹੁਣ ਦੁਬਾਰਾ ਰਿਪੋਰਟਾਂ ਮੈਂ ਲਵਾਈਆਂ ਨੇ, ਅੱਗੇ ਰਿਪੋਰਟਾਂ ਪੂਰੀਆਂ ਨਹੀਂ ਲੱਗੀਆਂ, ਜਿਸ ਦੀ ਵਜ੍ਹਾ ਤੋਂ ਇਹਨਾਂ ਅਨਾਪ੍ਰਿਆ ਘੱਟ ਕੱਢੀ ਮੇਰੀ 44%। ਜਿਹੜਾ ਹੁਣ ਪੂਰੀਆਂ ਰਿਪੋਰਟਾਂ ਲੱਗੀਆਂ ਤਾਂ ਉਹਨਾਂ ਨਾਲ ਕੱਢੀ ਹੈ 77%, ਠੀਕ ਹੈ। ਜਿਹੜੀ ਕਿ ਅਜੇ ਚਾਲੂ ਨਹੀਂ ਹੋਈ। ਜ਼ਬਰਦਸਤ। ਅੱਛਾ ਦੂਸਰੀ ਗੱਲ ਹੈ ਵੀ ਕਿ ਜਦੋਂ ਤੁਹਾਨੂੰ ਇਹ ਸੱਟ ਲੱਗੀ ਹੈ ਜੀ ਤੇ ਕਿੰਨੀ ਦੇਰ ਹਸਪੀਟਲ ਰਹੇ ਹੋ? ਮੈਂ ਸਰ ਤਕਰੀਬਨ ਸਾਲ ਪੂਰਾ ਰਿਹਾ ਹਸਪੀਟਲ। 1 ਸਾਲ। 1 ਸਾਲ ਤੋਂ ਬਾਅਦ ਤੁਸੀਂ ਇੱਥੇ ਹੀ ਘਰ ਐਸੇ ਘਰ ਹੀ ਆਏ ਹੋ ਜਾਂ ਪਹਿਲਾਂ ਕਿਤੇ ਹੋਰ ਸੀ? ਜੀ ਨਹੀਂ, ਇਸੇ ਕਰ ਆਇਆ। ਇਸੇ ਘਰ ਹੀ। ਅੱਛਾ ਜਦੋਂ ਸੱਟ ਲੱਗੀ ਹੈ ਤੇ ਫਿਰ ਤੁਰਨ ਫਿਰਨ 'ਚ ਤੇ ਬੜੀ ਤਕਲੀਫ ਹੁੰਦੀ ਹੈ, ਯਾਨੀ ਜਿਸ ਤਰ੍ਹਾਂ ਕਿ ਬਾਥਰੂਮ ਬੰਦੇ ਨੂੰ ਜਾਣਾ ਜਾਂ ਵੈਸੇ ਬਾਹਰ ਫਿਰਨ ਤੇ ਦਿਲ ਕਰਦਾ, ਤੇ ਇੱਥੇ ਜਿੰਨੇ ਦੋਸਤ ਰਹਿੰਦੇ ਨੇ ਨਾਲ ਉਹ ਤੁਹਾਡੀ ਹੈਲਪ ਕਰਦੇ ਸਨ, ਯਾਨੀ ਤੁਰਨ ਫਿਰਨ 'ਚ ਅੱਗੇ ਪਿੱਛੇ ਕੋਈ ਸਪੋਰਟ? ਜੀ ਸਰ ਜਿਹੜੇ ਇੱਥੇ ਕੋਲ ਆਉਣ ਉਹਨਾਂ ਤੇ ਮੇਰੀ ਹੈਲਪ ਕੋਈ ਨਹੀਂ ਜੀ ਕੀਤੀ, ਤੁਹਾਨੂੰ ਸਿੱਧੀ ਦੱਸਾਂ। ਨਾਲ ਜੀ ਰੱਬ ਦੀ ਜ਼ਾਤ ਹੁੰਦੀ ਵਸੀਲੇ ਬਣਾਉਣੇ ਵਾਲੀ। ਇੱਕ ਜੀ ਆ ਗਿਆ ਸੀ ਪਾਕਿਸਤਾਨ ਨੂੰ, ਉਹ ਵੀ ਕਿਸੇ ਦੇ ਥਰੂ ਆਇਆ ਸੀ। ਪਹਿਲੇ ਹਸਪਤਾਲ ਉੱਥੇ ਕੋਈ ਕਿਸੇ ਕੋਲ ਕੋਈ ਜੀ ਲੈ ਲੈਣਾ, ਬਾਕੀ ਉਹ ਜੀ ਆਇਆ ਉਹ ਇੱਥੇ ਰਿਹਾ ਕੁਝ ਚਿਰ ਮੇਰੇ ਕੋਲ, ਉਸ ਮੇਰੀ ਸਾਈ ਕਢਾਈ। ਕਿੰਨੀ ਦੇਰ ਰਿਹਾ? ਉਹ ਤਕਰੀਬਨ ਇੱਥੋਂ ਰਹਿ ਗਿਆ 8-9 ਮਹੀਨੇ ਰਿਹਾ। ਅੱਛਾ 8-9 ਮਹੀਨੇ ਚਲੋ ਰਿਹਾ, 1 ਸਾਲ ਤੁਸੀਂ ਹਸਪੀਟਲ ਰਹੇ, ਲੇਕਿਨ ਉਸ ਤੋਂ ਬਾਅਦ ਵੀ ਤੇ ਪ੍ਰੋਪਰ ਸਹੀ ਨਹੀਂ ਤੁਸੀਂ ਹੋਏ। ਲੇਕਿਨ ਫਿਰ ਯਾਨੀ ਕਿ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਰੀ ਹੈ, ਯਾਨੀ ਪਿੱਛੇ ਦੀ ਯਾਦ ਆਉਂਦੀ ਕਿ ਚਲੇ ਜਾਈਏ ਜਾਂ ਫਿਰ ਮਜਬੂਰੀਆਂ ਔਰ ਜ਼ਰੂਰਤਾਂ ਨੇ ਖਿਲਾ ਰਿਹਾ? ਸਰ ਮਜਬੂਰੀ ਬੜੀ ਸੀ, ਪਿਛਾਂ ਦੀ ਜਾਣਾ ਚਾਹੁੰਦਾ ਸਾਂ, ਲੇਕਿਨ ਜੋ ਹਾਦਸਾ ਮੇਰੇ ਨਾਲ ਇੱਥੇ ਹੋਇਆ, ਇਸ ਹਾਦਸੇ ਦੇ ਵਜ੍ਹਾ ਤੋਂ ਮੈਂ ਪਿਛਾਂ ਜਾ ਨਹੀਂ ਸੀ ਸਕਦਾ, ਠੀਕ ਹੈ। ਮੇਰੇ ਨਾਲ ਇਹ ਕੁਦਰਤੀ ਹੁੰਦਾ ਨਾ, ਫਿਰ ਹੋ ਸਕਦਾ ਮੈਂ ਛੱਡ ਕੇ ਟੁਰ ਜਾਂਦਾ। ਮੇਰੇ ਨਾਲ ਹੋਇਆ ਗਿਆ ਜਾਣ ਬੁੱਝ ਕੇ ਕੀਤਾ ਗਿਆ, ਠੀਕ ਹੈ। ਠੀਕ ਅੱਛਾ ਹੈ। ਇੱਕ ਗੱਲ ਹੋਰ ਔਰ ਇੱਕ ਹੋਰ ਤੁਹਾਨੂੰ ਦੱਸੀਏ, ਇਹ ਨਿਰਾ ਐਕਸੀਡੈਂਟ ਨਹੀਂ, ਨਾ ਐਕਸੀਡੈਂਟ ਦਾ ਹੈ, ਲੇਕਿਨ ਇਸ ਵਿੱਚ 8 ਬੰਦੇ ਮੁਲਵਸ ਨੇ, ਇਹ ਵੀ ਤੁਹਾਨੂੰ ਦੱਸ ਦਿਆਂ, ਇਹ ਕਰਾਣੇ ਵਿੱਚ। ਤੁਹਾਡਾ ਕੇਸ ਚੱਲ ਰਿਹਾ ਜੀ। ਕੰਟੀਨਿਊ, ਇਨਸ਼ਾਅੱਲਾ ਉਹਦੇ ਤੇ ਵੀ ਗੱਲ ਜ਼ਰੂਰ, ਤੁਹਾਡਾ ਇੰਟਰਵਿਊ ਨੈਕਸਟ ਵੀ ਇਹਨਾਂ ਦਾ ਇੰਟਰਵਿਊ ਜ਼ਰੂਰ ਅਪਲੋਡ ਕਰਾਂਗੇ। ਅੱਛਾ ਭਾਈ ਰਿਆਜ਼ ਇੱਕ ਗੱਲ ਹੋ ਰਹੀ ਕਿ ਪ੍ਰਦੇਸ਼ ਦੇ ਵਿੱਚ ਯਾਨੀ ਤੁਸੀਂ ਯੂਨਾਨ ਚੋਂ ਜ਼ਿੰਦਗੀ ਦੇ 18 ਸਾਲ ਕੱਢੇ ਨੇ, ਤੁਸੀਂ ਇੱਥੇ ਕੀ ਸਿੱਖਿਆ ਕਿ ਕਿਆ ਆਪਣੇ ਜਿਹੜੇ ਕਰੀਬ ਤਰੀਨ ਬੰਦੇ ਹੁੰਦੇ ਨੇ ਪ੍ਰਦੇਸ਼ 'ਚ ਇੱਕ ਦੂਜੇ ਦੀ ਮਦਦ ਕਰ ਸਕਦੇ ਨੇ ਜਾਂ ਉਹ ਵੀ ਮਜਬੂਰ ਹੁੰਦੇ ਨੇ, ਬੰਦਾ ਉਹਨਾਂ ਨੂੰ ਗਿਲਾ ਵੀ ਨਹੀਂ ਕਰ ਸਕਦਾ? ਮਜਬੂਰ ਹੁੰਦੇ ਨੇ। ਤੁਹਾਨੂੰ ਲੱਗਦਾ ਕਿ ਹੈਲਪ ਕਰਨਾ ਚਾਹੁੰਦੇ ਨੇ ਹੈਲਪ ਉਸ ਤਰ੍ਹਾਂ ਮਜਬੂਰ ਹੁੰਦੇ ਨੇ ਭਾਈ ਜੀ, ਹਰ ਕਿਸੇ ਪਿੱਛੇ ਅਖਰਾ ਜਾਤ ਨੇ ਤਨਖਾਹੀਆਂ ਇੰਨੀਆਂ ਕਿ ਜਿਹਦਾ ਮਸਾ ਆਪਣਾ ਗੁਜ਼ਾਰਾ ਕਰਦੇ ਨੇ। ਫਿਰ ਦੂਸਰਾ ਇਹ ਵੇ ਇੱਥੋਂ ਵੇਖੋ
सुबह उन्हें सरगी उठना है, सरगी उठ के रोटी अपनी तैयार करनी है, 8 बजे काम ते पढ़ना है, सुबह 5 बजे निकलते हैं करो, बिल्कुल ऐसा नहीं 5 बजे घरों निकलते हैं, ठीक है। फिर उधर आते हैं कोई 6 बजे, कोई 4 बजे, कोई 5 बजे आता है, ठीक है। कई बजे जो 7-8 बजे आकर उन्हें रोटी पकानी होती है, भाई उन्होंने को जब बंदा थक के रोटी उसकी उन्होंने किसी की हेल्प करनी है, हाँ जी ये उन्होंने मजबूरियां ने। ਅੱਛਾ ਇੱਕ ਬਾਤ ਹੈ ਵੀ ਇਹ ਭਾਈ ਰਿਆਜ਼ ਹੋਰੀ ਗਿਲਾ ਵੀ ਕੀਤਾ ਕਿ ਜਿਹੜੇ ਨਾਲ ਹਨ ਚਲੋ ਹੈਲਪ ਨਹੀਂ ਕਰ ਸਕੇ ਲੇਕਿਨ ਉਹਨਾਂ ਤੇ ਐਪਰੀਸ਼ੀਏਟ ਵੀ ਇਸ ਬਾਤ ਦਾ ਜ਼ਰੂਰ ਕਰਦੇ ਨੇ ਕਿ ਉਹ ਵੀ ਇੰਨਾ ਹਰ ਮਜਬੂਰ ਵੀ ਸਨ ਬੱਚੇ ਨੇ ਫੈਮਲੀਆਂ ਨੇ ਕੰਮ ਕਰਨਾ ਵਾਪਸ ਆਣਾ ਆ ਕੇ ਪਕਾਣਾ ਖਾਣਾ ਸਾਰਾ ਕੁਝ ਕਰਨਾ ਔਰ ਤੁਸੀਂ ਜਦੋਂ ਯਾਨੀ ਕਿ ਘਰ ਇਕੱਲੇ ਰਹਿ ਜਾਂਦੇ ਹੋ ਸਾਰੇ ਕੰਮ ਤੇ ਜਾਂਦੇ ਹਨ ਤੇ ਸਭ ਤੋਂ ਜ਼ਿਆਦਾ ਕਿਹਦੀ ਯਾਦ ਆਉਂਦੀ ਸਾਡੀ ਸਾਰੇ ਬੱਚਿਆਂ ਦੀ ਯਾਦ ਹੋਣੀ ਹੈ, ਬੱਚਿਆਂ ਦੇ ਬੀਵੀ ਬੱਚੇ ਮਾਂ ਪਿਓ ਸਾਰੇ ਭੈਣਾਂ ਭਰਾ ਸਾਰੇ ਯਾਦ ਹੁੰਦੇ ਨੇ। ਯੂਨਾਨ ਚ ਕੋਈ ਐਸਾ ਬੰਦਾ ਜਿਹਦੀ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੋ ਕਿ ਕਾਸ਼ ਉਹ ਕੋਲ ਹੁੰਦਾ ਕੋਈ ਹੁੰਦਾ ਹੈ ਬੰਦਾ ਐਸਾ ਹੈ ਐਸਾ ਜੀ ਜ਼ਿੰਦਗੀ ਚ ਕੋਈ ਇੱਥੇ ਸੱਜਣ ਬੇਲੀ ਯਾਰ ਦੋਸਤ ਕੋਈ ਪਾਕਿਸਤਾਨੀ ਐਸਾ ਕਿ ਸਰ ਕਾਸ਼ ਉਹ ਹੁੰਦਾ ਤੇ ਹੁੰਦਾ ਸਾਰੇ ਇੱਥੇ ਮੈਂ ਤੁਹਾਨੂੰ ਦੱਸਾਂ ਨਾ, ਮੇਰੇ ਨਾਲ ਜੋ ਵਰਜੀਤੀ ਨਾ ਇੱਥੇ ਖਾਸ ਕਰ ਮੈਂ ਕਿਸੇ ਨੇ ਵੀ ਨਹੀਂ ਆਖ ਸਕਦਾ ਕਿ ਮੇਰੇ ਨਾਲ ਕਿਸੇ ਚੰਗੀ ਕੀਤੀ ਹੈ। ਮੈਂ ਤੇ ਆਪਣੇ ਕੰਪਿਊਟਰ ਨੂੰ ਆਖਦਾ ਕਿ ਮੇਰੀ ਕੰਪਿਊਟਰ ਜਿਹੜੀ ਹੈ ਪਾਕਿਸਤਾਨ ਦੀ ਸਭ ਤੋਂ ਨਲਾਇਕ ਤੇ ਨਕੰਮੀ ਹੈ ਬਸ। ਯਾਨੀ ਉਹਨਾਂ ਦਾ ਮੈਂ ਬੜਾ ਕੰਪਿਊਟਰ ਦਾ ਜਿਹੜਾ ਕੰਪਿਊਟਰ ਦਾ ਸਦਰ ਹੈ ਉਸ ਤੇ ਸਖਤ ਗਿਲੇ ਕਰਾਂਦਾ ਔਰ ਮੈਂ ਉਹਦੀਆਂ ਗਲਤੀਆਂ ਸਾਬਤ ਕਰਾਂਦਾ, ਬੰਦਿਆਂ ਵਿੱਚ ਕਦੇ ਲੱਖ ਬੰਦਾ ਉਹਦੇ ਵਿੱਚ ਬੈ ਕੇ ਉਹਦੀ ਗਲਤੀਆਂ ਸਾਬਤ ਕਰਾਂਦਾ। ਵੇਖੋ ਉਸਨੇ ਜੋ ਕੁਝ ਕੀਤਾ ਇੱਥੇ ਬਾਜ਼ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਸਾਰੇ ਸੁਣਨ ਵਾਲੇ ਵੇਖਣ ਵਾਲੇ ਸਮਝਦੇ ਨੇ ਕਿ ਕੋਈ ਬਹਤਾਨ ਲਾ ਰਿਹਾ ਹੈ ਲੇਕਿਨ ਭਾਈ ਰਿਆਜ਼ ਕਹਿੰਦੇ ਨੇ ਕਿ 100 ਨਹੀਂ ਸਾਰੀ ਕਮਿਊਨਿਟੀ ਯਾਨੀ ਕਿ ਜਿਸ ਤਰ੍ਹਾਂ ਕੋਈ ਵੀ ਇਵੈਂਟ ਹੁੰਦਾ ਸਰ, ਨਾ ਉਸ ਮੈਂ- ਤਰੀਕੇ ਨਾਲ ਵੀ ਬੰਦਿਆਂ ਨੂੰ ਸੱਦ ਕੇ ਤੇ ਉਹਨਾਂ ਦੇ ਗਿਲੇ ਸ਼ਿਕਵੇ ਸੁਣਨ ਤੇ ਆਵਾਮ ਨੂੰ ਪਤਾ ਸਾਰਾ ਮੇਰੇ ਨਾਲ ਕਿਸੇ ਵੀ ਇੱਕ ਉਹਦੇ ਪੋਟਾ ਭਰ ਵੀ ਕਿਸੇ ਸੂਈ ਭਰ ਵੀ ਚੰਗੀ ਕੀਤੀ ਹੋ ਤੇ ਮੇਰੇ ਨਾਲ ਕਿਸੇ ਨੇ ਕੀਤੀ ਬਣ ਗਏ ਇੱਥੇ ਤਿਕਣ ਪਾਕਿਸਤਾਨੀ ਜੀ ਇੱਥੇ ਦਾਤਾਂ ਵਿੱਚ ਵੀ ਆਣ ਠੀਕ ਹੈ। ਬਿਲਕੁਲ ਤੁਹਾਡੇ ਗਿਲੇ ਵੀ ਬਜਾਨ ਹੈ ਸਭ ਕੁਝ ਔਰ ਸਾਰੇ ਤੇ ਗਿਲਾ ਮੈਂ ਕਿਉਂ ਨਾ ਕਰਾਂ, ਜਦੋਂ ਮੇਰਾ ਇੱਕ ਬਣਦਾ ਗਿਲਾ ਮੈਂ ਕਰਨਾ ਹੈ, ਸ਼ਿਕਾਇਤ ਲਾਣੀ ਹੈ ਤੇ ਜਦੋਂ ਪਾਕਿਸਤਾਨੀ ਆ ਗਿਲਾ ਉਦੋਂ ਬਣਦਾ ਜਦੋਂ ਬੰਦੇ ਨਾਲ ਵਰਤੀ ਜਾਂਦੀ ਹੈ ਨਾ, ਪਹਿਲੇ ਗਿਲਾ ਨਹੀਂ ਹੁੰਦਾ, ਗਿਲਾ ਬਾਅਦ ਚ ਕਰੀਦਾ ਜਿਹੜਾ ਬੰਦਾ ਇੱਕ ਅਗਲੇ ਨਾਲ ਕਰਦਾ ਜ਼ਿਆਦਤੀ। ਬਿਲਕੁਲ ਮੇਰੇ ਨਾਲ ਇਹ ਸਾਰੀਆਂ ਜ਼ਿਆਦਤੀਆਂ ਹੋਈਆਂ ਨੇ ਔਰ ਮੈਂ ਸਾਰੀਆਂ ਬਰਦਾਸ਼ਤ ਕੀਤੀਆਂ ਨੇ ਭਾਈ। ਇਨਸ਼ਾਅੱਲਾ। ਅੱਛਾ ਭਾਈ ਰਿਆਜ਼ ਦੱਸਾਂ ਬਿਲਕੁਲ ਕੋਈ 3 ਘੰਟੇ ਬਹਿ ਕੇ ਸਾਰੀ ਗੱਲ ਵੀ ਸੁਣੀ ਲੇਕਿਨ ਫਿਰ ਵੀ ਚਲੋ ਬਾਤ ਹੈ ਉਹ ਵੀ ਹੈ ਬਾਤ ਕਹਿ ਰਹੇ ਨੇ और पहले भी ना बात वजाहत की थी कि इंशाल्लाह ताला मैं जो ही केस मुकम्मल होएगा सारा होएगा तो बाद च इंशाल्लाह वाजिया करांगे हर चीज मैं भाजी मौजूदा कोई ऐसी बात भाजी एक और गुजारिश करांदा अपने पाकिस्तान सब पाइयां अगे कल न खुदा न खास्ता इत्थे प्रदेश विच ने किसे नाल कोई हादसा हो जांदा किसे नाल भी कंप्यूटर दे टायर चढ़ने नालों कि 7 ਭਰਾ ਦਾ ਦੂਜੇ ਤੇਰੇ ਦਾ ਤਰਲਾ ਕਰ ਲੈਣਾ, ਜਾ ਕੇ ਥਾਣੇ ਜਾਣਾ ਪੈਂਦਾ, ਅਦਾਲਤ ਜਾਣਾ, ਵਕੀਲ ਕਰਨਾ, ਬਾਰੋ ਬਾਰ ਆਪਣੀ ਮਰਜ਼ੀ ਨਾਲ ਕਰਨਾ, ਕਿਸੇ ਦਾ ਟਾਇਰ ਨਾ ਚੜਨ। ਮੇਰੀ ਇਹ ਗੁਜ਼ਾਰਿਸ਼ ਹੈ ਆਪਣੀ ਕੰਪਿਊਟਰ ਅੱਗੇ ਆਪਣੇ ਆਵਾਮ ਅੱਗੇ। ਅੱਛਾ ਇੱਕ ਸਵਾਲ ਹੋਰ ਤੁਹਾਡੇ ਨਾਲ ਕਰਨਾ ਚਾਹਨਾ ਕਿ ਅਗਰ ਤੁਹਾਡਾ ਕੇਸ ਮੁੱਕ ਜਾਂਦਾ ਹੈ ਤੇ ਤੁਸੀਂ ਤੇ ਫਿਰ ਵੀ ਯੂਨਾਨ ਰਹਿਣਾ ਚਾਹੁੰਦੇ ਹੋ ਕਿ ਜਾਂ ਤੁਹਾਡਾ ਦਿਲ ਹੈ ਕਿ ਹੁਣ ਪਾਕਿਸਤਾਨ ਹੀ ਜਾਣਾ? ਸਰ ਮੇਰਾ ਕੇਸ ਖਤਮ ਮੈਂ ਤਾਂ ਜਾਣੇ ਤਿਆਰ ਹਾਂ, ਮੈਂ ਇੱਥੇ ਬਹਿ ਕੀ ਲੈਣਾ ਦੱਸੋ, ਜਾਂ ਨਾ ਤਾਂ ਹੁਣ ਮੈਂ ਕੰਮ ਕਰ ਸਕਣਾ, ਵੇਖੋ ਨਾ ਹੁੰਦਾ ਨਾ ਬੰਦਾ ਕੰਮ ਕਰ ਸਕਦਾ, ਕੰਮ ਕਰਨ ਦੀ ਜਗ੍ਹਾ ਨੇ ਮੈਨੂੰ ਕੋਈ ਨਹੀਂ ਛੱਡਿਆ, ਠੀਕ ਹੈ। ਹੁਣ ਮੈਂ ਇੱਥੇ ਬੈਠੇ ਦੇ ਨੇ ਤੇ ਮਜਬੂਰੀ ਨੂੰ ਬੈਠੇ ਆ, ਇਹ ਜਿਹੜਾ ਇਹਨੇ ਮੈਨੂੰ ਬੰਨ ਪਾਇਆ, ਮੇਰਾ ਫੈਸਲਾ ਮੁੱਕ ਜਾ ਕਿਸੇ ਪਾਸੇ ਲਾਉਣ ਮੈਂ ਜਾਣੇ ਵਾਲਾ ਬਣਾ। ਅੱਛਾ ਭਾਈ ਰਿਆਜ਼ ਇੱਕ ਗੱਲ ਹੋ ਰਹੀ ਜਿਹੜੇ ਨਵੇਂ ਸਾਡੇ ਪਾਕਿਸਤਾਨੀ ਵੀਰ ਭਰਾ ਪਾਕਿਸਤਾਨ ਤੋਂ ਆਉਣਾ ਚਾਹੁੰਦੇ ਨੇ ਯੂਨਾਨ ਜਾਂ ਕਿਸੇ ਵੀ ਯੂਰਪ ਆਉਣਾ ਚਾਹੁੰਦੇ ਨੇ, ਤੁਸੀਂ 18 ਸਾਲ ਜ਼ਿੰਦਗੀ ਦੇ ਕੱਢੇ ਨੇ ਯੂਰਪ ਦੇ ਅੰਦਰ, ਕਿਆ ਆ ਕੇ ਉਹਨਾਂ ਨੂੰ ਇੱਥੇ ਕਿਹੜੇ ਕੰਮ ਕਰਨੇ ਚਾਹੀਦੇ ਨੇ ਕਿ ਉਹ ਜ਼ਿੰਦਗੀ ਬਣਾ ਸਕਣ ਕਿ ਜਾਂ ਉਹਨਾਂ ਨੂੰ ਪਾਕਿਸਤਾਨ ਹੀ ਰਹਿ ਕੇ ਕਾਰੋਬਾਰ ਕਰਨਾ ਚਾਹੀਦਾ? ਕਿ ਤੁਹਾਨੂੰ ਵੀ ਪਤਾ ਕਿ ਇੱਥੇ ਹੁਣ 60-70 ਲੱਖ ਰੁਪਏ ਮੰਗਦੇ ਨੇ। ਸਰ ਗੁਜ਼ਾਰਿਸ਼ ਇਹ ਵੇ ਜਿਸ ਬੰਦੇ ਇੰਨੇ ਰੁਪਏ ਦੇ ਕੇ ਆਉਣਾ ਨਾ 60-70 ਲੱਖ ਬਲਕਿ 40-45 ਵੀ ਦੇ ਕੇ ਮੈਂ ਨਾ ਬੜੀ ਵੱਡੀ ਬੇਵਕੂਫੀ ਹੈ ਭਾਜੀ। ਇੱਥੇ ਜੇ ਟਾਈਮ ਆਉਂਦੇ ਹੋ ਤੁਹਾਡੀ ਤਨਖਾਹ ਕੀ ਲੱਭਦੀ ਹੈ? ਪਹਿਲੇ ਤਾਂ ਬਲ ਤੁਸੀਂ ਇਹ ਗੂੰਗੇ ਬਿਲਕੁਲ ਜਿਹੜੇ ਵੀ ਤੇਜ਼ ਤਰਾਜ਼ ਹੋ ਜਿੰਨੇ ਵੀ ਪੜ੍ਹੇ ਲਿਖੇ ਹੋ ਇੱਥੇ ਆ ਕੇ ਅਸੀਂ ਗੂੰਗੇ ਹਾਂ, ਜ਼ੀਰੋ ਹਾਂ, ਠੀਕ ਹੈ। ਫਿਰ ਇਹ ਵੇ ਕਿ ਕੰਮ ਤੁਹਾਨੂੰ ਲੱਭਦਾ ਹੈ, ਅੱਧ ਤੁਹਾਨੂੰ ਲੱਭੇ ਤਨਖਾਹ ਚਲੋ 600-700-800 ਲੱਭ ਜਾਂਦੀ ਜੀ। ਉਹਦੇ ਭਾਈ ਜੇ ਤੁਸੀਂ ਖਰਚੇ ਕੱਢ ਕੇ ਪਹਿਲੇ ਤਾਂ ਜਿਹੜਾ ਕਰਜ਼ਾ ਚੁੱਕਿਆ ਉਹ ਤੁਸੀਂ ਦੱਸੋ ਜਿਹੜਾ 45-50 ਲੱਖ ਚਾਹ ਕੇ ਆਉਣਾ ਜੇ ਉਹ ਕਿਵੇਂ ਲੈਣਾ, ਕਿੰਨੇ ਸਾਲਾਂ 'ਚ ਉੱਥੇ ਆਪ ਹੀ ਜ਼ਰਬ ਦੇ ਲੈਣ ਪਾਕਿਸਤਾਨ 'ਚ ਬਹਿ ਕੇ, ਵੀ ਕਿੰਨੇ ਸਾਲਾਂ 'ਚੋਂ ਇਹਨਾਂ ਪੂਰਾ ਕਰਨਾ ਹੈ। ਮਾੜੇ ਵਾਲੇ ਦਾ ਇੱਥੇ ਭਾਈ ਜੀ ਕੋਈ ਮਾੜੇ ਤੋਂ ਮਾੜਾ ਮਕਾਨ ਰੱਖੀ ਨਾ ਰਵੀਏ ਮਕਾਨ ਤੇ ਭਾਈ ਜੀ ਸੰਗੀਆਂ ਨਾਲ, ਉਹ ਵੀ ਇਕੱਲਾ ਬੰਦਾ ਨਹੀਂ ਸਾਥੀਆਂ ਨਾਲ ਰਲ ਕੇ 300 ਮਹੀਨੇ ਦਾ ਖਰਚਾ ਲਾਜ਼ਮੀ ਹੈ ਮਸਟ ਜੀ। ਇਸ ਉੱਤੇ ਜਿਹੜੇ ਬਚਾਣੇ ਜੇ ਕੋਈ 200-300 ਘਰ ਵੀ ਖਰਚਾ ਟੋਰਨਾ ਜੀ, ਜਿਨ੍ਹਾਂ ਪਿੱਛੇ ਤੁਹਾਨੂੰ ਟੋਰਿਆ ਮਾਂ ਪਿਓ ਭੈਣਾਂ ਭਰਾਵਾਂ ਜਿਨ੍ਹਾਂ ਵਾਸਤੇ ਆਏ ਹੋ ਉਹਨਾਂ ਨੂੰ ਵੀ ਦੇਣਾ ਖਰਚਾ ਜੀ। ਅਤੇ ਜੇ ਉਹਨਾਂ ਨੂੰ ਖਰਚਾ ਦੇ ਕੇ ਜੇ ਰੁਪਈਆ 200-300 ਬਚ ਵੀ ਜਾਏ 100-200 ਬਚੇ, ਉਹ ਭਾਈ ਜਦੋਂ ਤੁਹਾਡੇ ਪੇਪਰ ਨਹੀਂ ਬਣੇ ਤੁਸੀਂ ਖੁਦ ਉਹਦੇ ਕਿਸੇ ਖਾਤੇ ਲੱਗ ਜਾਣੇ ਤੁਹਾਡੇ। ਅੱਛਾ ਭਾਈ ਰਿਆਜ਼ ਇੱਕ ਤੁਹਾਡੇ ਨਾਲ ਹੋਰ ਗੱਲ ਕਰਨਾ ਚਾਹੁੰਦਾ ਬਚਾਉਣਾ ਕੀ ਇੱਥੇ ਬੰਦਾ ਪਾਕਿਸਤਾਨ ਦੇ ਅੰਦਰ ਜੀ
ਯਾਨੀ ਕਿ ਇੱਥੇ ਤੁਸੀਂ ਹੁਣ ਇੱਥੇ ਯੂਨਾਨ ਦੇ ਅੰਦਰ ਹੋ ਤੇ ਜਦੋਂ ਤੁਹਾਨੂੰ ਸੱਟ ਲੱਗੀ ਸਾਰਾ ਹੋਇਆ ਤੇ ਤੁਸੀਂ ਆਪਣੇ ਘਰਦਿਆਂ ਨੂੰ ਹੌਸਲਾ ਹੀ ਦਿੱਤਾ ਕਿ ਜਾਂ ਉਹਨਾਂ ਨੂੰ ਤੁਸੀਂ ਦੱਸ ਰਹੇ ਹੋ ਕਿ ਮੇਰੇ ਨਾਲ ਤੇ ਜ਼ਿਆਦਤੀਆਂ ਹੋ ਗਈਆਂ? ਨਹੀਂ, ਯਾਨੀ ਮੈਂ ਪ੍ਰਦੇਸ਼ ਦੀ ਜ਼ਿੰਦਗੀ ਪ੍ਰਦੇਸ਼ ਜਿੱਦਾਂ 'ਚ ਦੱਸੀ। ਭਾਜੀ ਉਹਨਾਂ ਨੂੰ ਹੌਸਲਾ ਹੀ ਦਿੱਤਾ। ਅੱਛਾ, ਏਦਾਂ ਕਹਿਣ ਦਾ ਮਤਲਬ ਉਹਨਾਂ ਦਾ ਇਹ ਵਾ ਕਿ ਮੁਸ਼ਕਲਾਂ ਆ ਵੀ ਗਈਆਂ ਲੇਕਿਨ ਉਹਨਾਂ ਨੂੰ ਨਹੀਂ ਦੱਸਿਆ ਕਿ ਇਸ ਤਰ੍ਹਾਂ ਨਾ ਜੀ ਨਾ, ਮੁਸ਼ਕਿਲਾਂ ਜੋ ਵੀ ਨੇ ਆਪਣੀ ਜਾਨ ਤੇ 'ਚ ਆ ਗਈਆਂ ਨੇ, ਠੀਕ ਹੈ। ਹਾਲੇ ਕਿ ਆਹ ਜਿਹੜਾ ਤੁਹਾਡਾ ਔਰ ਜਿਹੜਾ ਅਜੇ ਵੀ ਝਾਗ ਨਾ ਸੀਰੀਅਸ ਪਿਆ, ਅਜੇ ਤੱਕ ਵੀ ਝਾਗ ਨਾ ਪਿਆ, ਠੀਕ ਹੈ। ਯਾਨੀ ਕਦੀ ਸ਼ੇਅਰ ਨਹੀਂ ਕੀਤਾ ਕਿ ਇਹ ਨਾ ਮੁਸ਼ਕਲਾਂ ਨੇ। ਨਾ ਮੁਸ਼ਕਲਾਂ ਤੇ ਚਲੋ ਤੁਹਾਡੇ ਵਾਸਤੇ ਬੜੀਆਂ ਨੇ, ਵੇਖ ਕੇ ਪਤਾ ਲੱਗ ਜਾਂਦਾ ਨੇ। ਜੀ, ਮੇਰੀਆਂ ਮੁਸ਼ਕਿਲਾਂ ਦਾ ਤਾਂ ਪੁੱਛਣਾ ਹੋਵੇ ਨਾ ਤੇ ਆਪਣੇ ਸਦਰ ਕੋਲ ਜਾ ਕੇ ਪੁੱਛ ਲਿਆ ਜਾਏ। ਮੈਂ ਮੁਸ਼ਕਿਲਾਂ ਵਿੱਚ ਵੀ ਮੈਂ ਬੈਠਾ ਨਹੀਂ ਹਾਂ, ਮੈਂ ਟੁਰਿਆ ਰਿਹਾ, ਠੀਕ ਹੈ। ਵਕੀਲ ਕੋਲ ਜਾ ਕੇ ਪੁੱਛਿਆ, ਮੇਰੇ ਕੋਲ ਮੈਂ ਟੁਰਿਆ ਰਿਹਾ, ਮੈਂ ਬੈਠਾ ਨਹੀਂ ਹਾਂ। ਵੈਰੀ ਗੁੱਡ। ਚਲੋ ਉਹਦੇ ਤੇ ਵੀ ਇਨਸ਼ਾਅੱਲਾ ਤਾਲਾ ਕੋਈ ਜ਼ਰੂਰ ਹੈ। ਕਰਦਾ ਪਤਾ ਕੋਈ ਕਾਰਵਾਈ ਔਰ ਮੇਰੇ ਨਾਲ ਨਾ ਕਸਰ ਰਹਿ ਜਾਏ, ਇਹ ਨਾ ਕਿ ਵਕੀਲ ਲਵੇ ਤੂੰ ਇਹ ਫਲਾਣੀ ਸ਼ਾਇ ਮੈਨੂੰ ਦਿੱਤੀ ਜੇ ਮੇਰੇ ਕੋਲ ਪਹੁੰਚੀ ਨਹੀਂ ਹੈ। ਚਲੋ ਇਹਦੇ ਤੇ ਵੀ ਕਰਾਂਗੇ ਇਨਸ਼ਾਅੱਲਾ ਬਾਤ। ਉਹਨੂੰ ਜੀ ਗੱਲ ਕਰਨ ਦਾ ਮਤਲਬ ਹੈ ਕਿ ਇਨਸ਼ਾਅੱਲਾ ਤਾਲਾ ਜੀ ਕੇਸ ਉਹਨਾਂ ਦਾ ਜੋ ਹੀ ਮੁੱਕਦਾ ਹੈ, ਉਹਨਾਂ ਵੀ ਇਹ ਬਾਤ ਕਹੀ ਹੈ ਔਰ ਅਸੀਂ ਵੀ ਇਸ ਬਾਤ ਤੇ ਐਗਰੀ ਇਨਸ਼ਾਅੱਲਾ ਤਾਲਾ। ਜੋ ਹੀ ਉਹਨਾਂ ਦਾ ਕੇਸ ਮੁੱਕਦਾ ਹੈ, ਜਿਹੜਾ ਵੀ ਜਿਹਨੇ ਕੀ ਜ਼ਿਆਦਤੀ ਕੀਤੀ ਹੈ ਜਾਂ ਉਹਨਾਂ ਦੀ ਹੈਲਪ ਕੀਤੀ ਹੈ, ਜ਼ਰੂਰ ਸਾਰਿਆਂ ਨਾਲ ਸ਼ੇਅਰ ਕਰਾਂਗੇ, ਸਪੈਸ਼ਲੀ ਜਿਹੜੇ ਯੂਨਾਨ 'ਚ ਅਸੀਂ ਰਹਿੰਦੇ ਹਾਂ, ਤਾਂ ਕਿ ਪਤਾ ਚੱਲੇ ਆਵਾਮ ਨੂੰ ਕਿ ਅਸਲ ਅੰਦਰ ਹੈ ਕੀ ਹੈ। ਔਰ ਇੱਕ ਬੰਦਾ ਤਕਰੀਬਨ 10 ਸਾਲ ਤੋਂ ਕੇਸ ਲੜ ਰਿਹਾ ਹੈ ਯੂਨਾਨ ਦੇ ਅੰਦਰ, ਔਰ ਬੜਾ ਸੀਰੀਅਸ ਉਹਨਾਂ ਦਾ ਮਸਲਾ ਹੋਣ ਤੋਂ ਬਾਅਦ ਯਾਨੀ ਕਿ ਔਰ ਮੇਰਾ ਛੁਪਿਆ ਲੋਕਾਂ ਮਾਰਨ ਦੀ ਹਰ ਕੋਸ਼ਿਸ਼ ਕਿਸੇ ਨੂੰ ਕੀਤੀ ਪਤਾ ਹੈ। ਗਈ, ਮੇਰੀ ਰੀੜ ਜ਼ਿੰਦਗੀ ਦੀ में ਹੱਡੀ। ਭਾਜੀ ਜਾਨੀਆਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰੱਬ ਜ਼ਾਤ ਮੈਨੂੰ ਜ਼ਿੰਦਗੀ ਦਿੱਤੀ ਤੇ ਰੱਬ ਅੱਲਾਹ ਕਿਤੇ ਮੈਂ ਬਚ ਗਿਆ। ਮਾਰਨੇ ਵਾਲੋਂ ਨਾ ਕਸਰ ਕੋਈ ਨਹੀਂ ਛੱਡੀ, ਬਾਕੀ ਬਚਾਉਣ ਵਾਲਾ ਪਰ ਰੱਬ ਦੀ ਬਚਾਉਣ ਜ਼ਾਤ। ਵਾਲੀ ਉਹ ਰੱਬ ਦੀ ਜ਼ਾਤ ਹੈ, ਉਹ ਗਫੂਰ ਰਹੀਮ ਹੈ। ਔਰ ਮੈਂ ਇੱਕ ਹੋਰ ਵੀ ਦੱਸਣਾ, ਰੱਬ ਦੀ ਜ਼ਾਤ ਦਾ ਸਾਥ ਨਾਲ ਹੋਵੇ ਤਾਂ ਕੋਈ ਮਾਈ ਦਾ ਲਾਲ ਕਿਸੇ ਦਾ ਕੁਝ ਵਿਗਾੜ ਵੀ ਨਹੀਂ ਤੇ ਕਿਸੇ ਦਾ ਢਾਹ ਵੀ ਨਹੀਂ ਸਕਦਾ, ਨਾਲੇ ਵੀ ਗੱਲ ਜੇ। ਤੇ ਰੱਬ ਜ਼ਾਤ ਮੇਰਾ ਇਹ ਵਕਤ ਕੱਢਿਆ, ਬੜਾ ਸੋਹਣਾ ਨਿਕਲਿਆ। ਮੈਂ ਕਿਸੇ ਦਾ ਵੀ ਨਹੀਂ ਨਿਕਲ, ਜਿਵੇਂ ਰੱਬ ਜ਼ਾਤ ਮੈंने ਇਸ ਕੋਲੇ 'ਚ ਕੱਢਿਆ। ਅੱਛਾ ਭਾਈ ਰਿਆਜ਼, ਇੱਕ ਗੱਲ ਹੋ ਰਹੀ, ਯੂਨਾਨ ਦੇ ਲੋਕ ਕੈਸੇ ਨੇ? ਲੋਕ ਭਾਜੀ ਅੱਛੇ ਵੀ ਹਨ, ਬੜੇ ਅੱਛੇ ਨੇ, ਜ਼ਿਆਦਾ ਅੱਛੇ ਨੇ ਯਾਨੀ ਸੋਚ ਜ਼ਿਆਦਾ ਅੱਛੇ ਨੇ, ਵੈਰੀ ਗੁੱਡ। ਲੇਕਿਨ ਚੰਦ ਵਿੱਚ ਮੁੜ ਬੁਰੇ ਵੀ ਹੁੰਦੇ ਨੇ, ਸਾਰੇ ਇੱਕੋ ਜਿਹੇ ਨਹੀਂ, ਠੀਕ ਹੈ। ਹਾਂ, ਇੱਕ ਚੀਜ਼ ਤੁਹਾਨੂੰ ਦੱਸੀਏ, ਉਂਝ ਅੱਛੇ ਨੇ, ਅਖਲਾਕ ਵਾਲੇ ਵੀ, ਸਾਰਾ ਕੁਝ ਮੈਂ ਤਾਰੀਫ ਕਰਨਾ ਯੂਨਾਨ ਦੇ ਗ੍ਰੀਕੀਆਂ ਦੀ। ਜ਼ਿੰਦਾਬਾਦ। ਲੇਕਿਨ ਕੁਝ ਜਣੇ ਵਿੱਚ ਜਿਹੜੇ ਨਾ ਉਹ ਖਰਾਬ ਵੀ ਹਨ, ਜਿਹੜੇ ਅਸਦ ਖੋਰ ਬੇਹੱਦ ਤੋਂ ਜ਼ਿਆਦਾ ਨੇ। ਬਿਲਕੁਲ ਐਸਾ, ਉਹ ਤੇ ਹਰ ਬਈ ਜਗ੍ਹਾ ਇੱਥੋਂ ਤੱਕ ਵੀ ਅਸਦ ਖੋਰ ਹਨ, ਤੁਸੀਂ ਕੱਪੜੇ ਵੱਲ ਪਾ ਲੈਣਾ, ਕੱਗੇ ਪੱਟੀ ਵੱਲ ਕਰ ਲਈ ਤਾਂ ਵੀ ਉਹਨੇ ਤੁਹਾਡੇ ਤਾਂ ਅਸਦ ਕਰ ਲੈਣਾ, ਵੀ ਭਾਵੇਂ ਕੱਪੜੇ ਵੱਲ ਪਾਏ ਕਿਉਂ ਨਾ। ਜ਼ਿੰਦਾਬਾਦ। ਅੱਛਾ, ਇਹ ਸਾਰੇ ਕੇਸ ਦੇ ਵਿੱਚ ਜੋ ਵੀ ਚਲੋ ਹੋਇਆ, ਤੁਸੀਂ ਇੰਨਾ ਮੁਸ਼ਕਲ ਵਕਤ ਵੀ ਟਾਈਮ ਵੀ ਕੱਢਿਆ ਹੈ, ਕਦੀ ਇਹ ਮਹਿਸੂਸ ਕੀਤਾ ਜੇ ਕਿ ਸਾਰਾ ਕੁਝ ਛੱਡ ਛੁੱਟ ਕੇ ਕਿਸੇ ਤਰੀਕੇ ਪਾਕਿਸਤਾਨ ਹੀ ਤੁਰ ਜਾਵਾਂ, ਕਿ ਜਾਂ ਤੁਹਾਡਾ ਦਿਲ ਹੀ ਕਿ ਮੈਂ ਕੇਸ ਐਂਡ ਤੱਕ ਲੜਨਾ? ਹਾਲੇ ਵੀ ਤੁਸੀਂ ਲੜ ਰਹੇ ਹੋ ਜੀ ਮੈਂ ਬਿਲਕੁਲ ਇਸ ਕੈਂਡ ਦਾ ਐਂਡ ਕਰਕੇ ਜਾਂਦਾ, ਕਿਉਂ ਮੈਂ ਜਿਹੜੇ ਕੰਮ ਸ਼ੁਰੂ ਕਰਨਾ ਨਾ ਉਹ ਖਤਮਾਂ ਦਰਾ ਨਹੀਂ ਛੱਡ ਕੇ ਜਾਂਦਾ। ਮੈਂ ਇਸ ਕੇਸ ਦਾ ਐਂਡ ਕਰਕੇ ਜਾਂਦਾ ਇੱਥੇ, ਠੀਕ ਹੈ। ਬੜੀ ਦੂਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਦੱਸਾਂ, ਇਹ ਜਦੋਂ ਸੱਟ ਨਹੀਂ ਸੀ ਲੱਗੀ, ਇਹ ਨਿਮਾ ਸ਼ਾਮ ਦੇ ਵੇਲੇ ਮੈਂ ਮਰਦ ਸਹੀਦ ਬੈਠਿਆ, ਮੈਂ 2016 ਦਾ ਪਹਿਲਾ ਮਹੀਨਾ ਜਨਵਰੀ, ਪੇਪਰ ਨਾ ਲੱਭਦੇ ਮੈਨੇ ਸੱਟ ਨਾ ਲੱਗਦੇ ਤੇ ਮੈਂ ਪਾਕਿਸਤਾਨ ਆਉਣਾ ਬੈਠਿਆ, ਔਰ ਕਾਰੋਬਾਰ ਆਪਣਾ ਜਾ ਕਰਨਾ, ਮੈਂ ਯੂਨਾਨ ਉਂਝ ਛੱਡ ਜਾਣਾ ਸਿਰਫ ਇਸ ਵਾਸਤੇ। ਜਦੋਂ ਬੱਚਿਆਂ ਨਾਲ ਜਿਹਨਾਂ ਵਾਸਤੇ ਖੜਨੇ ਮੰਨਿਆ, ਬੱਚੇ ਨਹੀਂ ਕੋਲ ਜਾਂ ਬੀਵੀ ਨਹੀਂ ਕੋਲ ਜਾਂ ਉਹਨਾਂ ਦੇ ਮਾਂ ਪਿਓ ਨੇ ਸਾਡਾ ਉਹਨਾਂ ਨੂੰ ਮੂੰਹ ਨਾਲ ਤਰਸਣਾ ਦੇ ਤੇ ਕਮਾਏ ਪੈਸੇ ਨਾਲ ਕਰਨਾ ਵੀ ਕੀ ਹੈ ਦੱਸੋ। ਲਓ ਜੀ, ਇਹ ਉਹ ਪਰਦੇਸੀ ਬੰਦੇ ਨੇ ਸਾਡੇ ਯੂਨਾਨ ਦੇ ਅੰਦਰ, ਜਿਹਨਾਂ ਜ਼ਿੰਦਗੀ ਦੇ 18 ਸਾਲ ਲਾ ਦਿੱਤੇ ਨੇ, 18 ਸਾਲ। ਔਰ 18 ਸਾਲਾਂ ਦੇ ਵਿੱਚ ਵੀ ਸਿਰਫ ਔਰ ਸਿਰਫ ਯੂਨਾਨ 'ਚ ਇਸ ਵਜ੍ਹਾ ਤੋਂ ਰੁਕੇ ਨੇ ਕਿ ਉਹ ਆਪਣਾ ਕੇਸ ਐਂਡ ਤੱਕ ਵੇਖਣਾ ਚਾਹੁੰਦੇ ਨੇ ਕਿ ਮੇਰੇ ਨਾਲ ਹੁੰਦਾ ਕੀ ਹੈ, ਜਾਂ ਮੈਨੂੰ ਅਦਲ ਔਰ ਇਨਸਾਫ ਦਾ ਤਕਾਜ਼ਾ ਕੀ ਹੈ। ਔਰ ਯੂਨਾਨ ਦੀਆਂ ਅਦਾਲਤਾਂ ਦੇ ਵਿੱਚ ਇਨਸ਼ਾਅੱਲਾ ਤਾਲਾ ਅਦਲ ਔਰ ਇਨਸਾਫ ਮੈਰਿਟ ਤੇ ਜ਼ਰੂਰ ਮਿਲੇਗਾ, ਜ਼ਰੂਰ ਮਿਲੇਗਾ। ਔਰ ਸਾਰੀ ਜਿੰਨੀ ਪਾਕਿਸਤਾਨੀ ਕਮਿਊਨਿਟੀ ਯੂਨਾਨ 'ਚ ਵੇ, ਉਹ ਵੀ ਦੁਆ ਕਰੋ ਕਿ ਅੱਲਾਹ ਤਾਲਾ ਜ਼ਾਤ ਇਹਨਾਂ ਨੂੰ ਕਾਮਯਾਬ ਕਰੇ। ਔਰ ਬੜੀ ਗੱਲ ਹੈ ਕਿ 10 ਸਾਲ ਤੋਂ ਕੇਸ ਲੜ ਰਹੇ ਨੇ। ਤੇ ਭਾਈ ਰਿਆਜ਼, ਐਂਡ ਦੀ ਗੱਲ ਤੁਹਾਡੇ ਨਾਲ ਹੀ ਕਰਨਾ ਚਾਹੁੰਦਾ ਵਾਂ ਕਿ ਪਾਕਿਸਤਾਨ ਦੀ ਯਾਦ ਕਿੰਨੀ ਕੁ ਆਉਂਦੀ? ਬਹੁਤ ਜ਼ਿਆਦਾ ਭਾਈ ਜੀ, ਮੇਰਾ ਵਤਨ ਹੈ, ਮੇਰਾ ਮੁਲਕ ਹੈ, ਮੇਰੀ ਉੱਥੋਂ ਤੋਂ ਪੈਦਾਇਸ਼ ਹੈ, ਠੀਕ ਹੈ। ਅਗਰ ਤੁਹਾਨੂੰ ਫਾਰ ਐਗਜ਼ਾਮਪਲ ਇੱਥੇ ਪਾਸਪੋਰਟ ਮਿਲ ਜਾਂਦਾ ਯੂਨਾਨ ਦਾ, ਯੂਨਾਨ ਰਹੋਗੇ ਜਾਂ ਫਿਰ ਵੀ ਪਾਕਿਸਤਾਨ ਜਾਓਗੇ? ਪਾਕਿਸਤਾਨ ਪੱਕੀ ਗੱਲ ਹੈ? ਮੇਰਾ ਮੁਲਕ ਪਾਕਿਸਤਾਨ ਹੈ, ਵਤਨ ਹੈ ਪਾਕਿਸਤਾਨ ਹੈ ਭਾਈ ਜੀ। ਲਓ ਮੇਰੇ ਜੀ, ਮੁਲਕ 'ਚ ਨਹੀਂ ਕੁਛ ਹੈ, ਸਮਝੋ। ਉਂਝ ਮੇਰੇ ਮੁਲਕ ਨੂੰ ਗਰਦਾਰ ਟੱਕਰ ਕਹਿਣਾ ਉੱਥੋਂ ਵੱਖਰੀ ਗੱਲ ਹੈ। ਇਹ ਬਾਤ ਜੇ ਕਿ ਵੇਖ ਲਓ, ਬਿਸਤਰ ਤੇ ਵੀ ਰਹੇ ਨੇ, ਯਾਨੀ ਕਿ ਕਮ ਅਜ਼ ਕਮ 7-8 ਸਾਲ ਤੋਂ ਬੰਦਾ ਚੱਲ ਨਹੀਂ ਸਕਦਾ, ਰੀੜ ਦੀ ਹੱਡੀ ਵੀ ਫ੍ਰੈਕਚਰ ਹੋਈ, ਦੋਏ ਲੱਤਾਂ ਫ੍ਰੈਕਚਰ ਹੋਣ ਤੋਂ ਬਾਅਦ ਫਿਰ ਵੀ ਆਪਣੀ ਸਰ ਜ਼ਮੀਨ ਵਾਸਤੇ ਇਹ ਜੇ ਵਫਾ, ਇਹ ਜੇ ਵਫਾ, ਇਹ ਜੇ ਵਤਨ ਦੇ ਨਾਲ ਵਫਾ। ਕਿਉਂਕਿ ਪੂਰੀ ਦੁਨੀਆ ਦੇ ਵਿੱਚ ਅਗਰ ਕੋਈ ਖਿਆਨਤ ਹੈ ਨਾ ਸਭ ਤੋਂ ਵੱਡੀ, ਤਾਂ ਆਪਣੀ ਸਰ ਜ਼ਮੀਨ ਨਾਲ ਗੱਦਾਰੀ ਜੇ। ਬਾਕੀ ਪਾਕਿਸਤਾਨ ਜ਼ਿੰਦਾਬਾਦ। ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਨਸ਼ਾਅੱਲਾ ਤਾਲਾ ਭਾਈ ਰਿਆਜ਼ ਨਾਲ ਫੇਰ ਹੋਏਗੀ ਬਾਤ। ਇਹਨਾਂ ਦਾ ਜੋ ਹੀ ਕੇਸ ਮੁੱਕਦਾ ਤੇ ਸਾਰਾ ਜੋ ਸਿਸਟਮ ਹੋਇਆ ਸਾਰਾ ਸਾਹਮਣੇ ਜ਼ਰੂਰ ਲਿਆਇਆ ਜਾਏਗਾ। ਬਾਕੀ ਸਾਰੇ ਵੀਰ ਭਰਾ ਦੁਆਵਾਂ ਯਾਦ ਰੱਖਿਓ। ਆਪਣੇ ਜਿੰਨੇ ਪਾਕਿਸਤਾਨੀ ਇੱਥੇ ਆਣ, ਕਿਸੇ ਨਾਲ ਕੋਈ ਖੁਦਾ ਨਾ ਖਾਤਾ ਕੁਦਰਤੀ ਹੁੰਦਾ ਹੈ, ਕੋਈ ਜਾਣ ਕੇ ਕਰਦਾ ਹੈ, ਮਿਹਰਬਾਨੀ ਕਰਦਾ ਹੈ, ਆਪਣੀ ਕੰਪਿਊਟਰ ਤੋਂ ਬਚਿਆ ਜਾਏ, ਇਹਨਾਂ ਦੇ ਟਾਇਰ ਨਾ ਚੜਿਆ ਜੇ।
ਵਕੀਲ ਕਰਨਾ ਹੈ ਬਾਹਰੋਂ ਬਾਹਰ ਜਾ ਕਰ ਲਿਆ ਜੇ, ਜ਼ਬਾਨ ਨਹੀਂ ਆਉਂਦੀ ਕੋਈ ਬਾਹਰੋਂ ਆਮ ਬੰਦਾ ਆਪਣਾ ਭਰਾ ਸੱਜਣ ਨੱਪ ਲਿਆ ਜੇ, ਕੰਪਿਊਟਰ ਤੋਂ ਬਚਿਆ ਜੇ। ਜਦੋਂ ਵਕੀਲ ਤੁਸੀਂ ਆਪਣੀ ਮਰਜ਼ੀ ਦਾ ਕਰੋਗੇ, ਆਪ ਖੁਦ ਕਰੋਗੇ, ਉਹ ਤੁਹਾਡੀ ਗੱਲ ਸੁਣੇਦਾ, ਤੁਹਾਡੇ ਮਰਜ਼ੀ ਮੁਤਾਬਕ ਕੇਸ ਲੜੇਦਾ। ਜਦੋਂ ਕੰਪਿਊਟਰ ਦਾ ਬੰਦਾ ਤੁਸੀਂ ਵਿੱਚ ਪਾਓਗੇ, ਉਦੋਂ ਤੁਹਾਡੀ ਨਹੀਂ ਸੁਣੀ ਹੋਵੇਗੀ, ਵਕੀਲ ਤੁਹਾਡੀ ਉਹਦੀ ਸੁਣੇਦਾ, ਤੁਹਾਡੀ ਨਹੀਂ ਸੁਣ ਲਗਾ। ਔਰ ਜੋ ਫੈਸਲਾ ਕਰਨਾ ਕਰਾਣਾ ਉਹਦੀ ਮਰਜ਼ੀ ਨਾਲ ਕਰਨਾ, ਤੁਹਾਡੀ ਨਾਲ ਨਹੀਂ ਹੋਣਾ। ਤੋ ਚਲੋ ਠੀਕ ਹੋ ਗਿਆ ਭਾਈ ਰਿਆਜ਼, ਇਨਸ਼ਾਅੱਲਾ ਤਾਲਾ ਜੋ ਹੀ ਕੇਸ ਮੁੱਕਦਾ ਜਾਂ ਹੁੰਦਾ ਨਾ ਤਾਂ ਤੁਹਾਡਾ ਫੇਰ ਇੱਕ ਇੰਟਰਵਿਊ ਜ਼ਰੂਰ ਕਰਾਂਗੇ। ਬਿਸਮਿਲ੍ਲਾ, ਜਿੰਨੇ ਮਰਜ਼ੀ ਲਓ ਤੇ ਇੰਟਰਵਿਊ। ਬਾਕੀ ਅੱਲਾ ਤੁਹਾਨੂੰ ਆਪਣੀ ਹਿਫਜ਼-ਓ-ਈਮਾਨ ਚ ਰੱਖੇ। ਬਹੁਤ ਸ਼ੁਕਰੀਆ, ਜਜ਼ਾਕ। ਬਹੁਤ ਮਿਹਰਬਾਨੀ।